ਸੰਧਾਰਾ। ਕੂੜ ਅਮਾਵਸ ਵਰਤਿਆ ਹਉ ਭਾਲਣ ਚੜਿਆ ਸੰਸਾਰਾ। ਸਿੱਧ ਛੁਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਬਾਜ ਗੁਰੂ ਡੁੱਬਾ ਜਗ ਸਾਰਾ। ਬਾਜ ਗੁਰੂ ਡੁੱਬਾ ਜਗ ਸਾਰਾ। ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ। ਇਤੇ ਚਾਨਣ ਹੁੰਦਿਆ ਗੁਰ ਬਿਨ ਘੋਰ ਅੰਧਾਰ। ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਫਤਿਹ ਨੂੰ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਕਿਰਪਾ ਕਰਕੇ ਸਾਨੂੰ ਇਹ ਅਮੋਲਕ ਘੜੀਆਂ ਬਖਸ਼ੀਆਂ ਹਨ। ਆਓ ਹੁਣ ਆਪਾਂ ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰੀਏ। ਅੱਜ ਦਾ ਜੋ ਪਾਵਨ ਬਚਨ ਹੈ, ਇਹ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ, ਜੋ ਕਿ 760 ਅੰਗ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਰਾਗ ਸੂਹੀ ਮਹੱਲਾ ਪੰਜਵਾ ਘਰ ਤੀਜਾ। ਸੂਹੀ ਰਾਗ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਤੀਜੇ ਘਰ ਵਿੱਚ ਗਾਉਣ ਲਈ ਕਹਿ ਰਹੇ ਆ ਰਾਗੀ ਸਾਹਿਬਾਨ ਨੂੰ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਉਹ ਇੱਕ ਹੀ ਹੈ ਜੋ ਦੁਨੀਆ ਨੂੰ ਬਣਾਉਂਦਾ, ਪਾਲਦਾ, ਮਿਟਾਉਂਦਾ। ਉਹਦੇ ਸਰੂਪ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਦੇ ਦੁਆਰਾ ਹੁੰਦੀ ਹੈ, ਉਹਦੇ ਪ੍ਰਸਾਦ ਦੁਆਰਾ ਹੁੰਦੀ ਹੈ। ਮਿਥਨ ਮੋਹ ਅਗਨ ਸ਼ੋਕ ਸਾਗਰ, ਕਰ ਕਿਰਪਾ ਉਦਰ ਹਰ ਨਾਗਰ। ਹੇ ਵਾਹਿਗੁਰੂ, ਦੁਨੀਆ ਦੇ ਵਿੱਚ ਐਸੀਆਂ ਨਾਸਵੰਤ ਵਸਤੂਆਂ ਹੈਗੀਆਂ ਜਿਨ੍ਹਾਂ ਨਾਲ ਮੇਰਾ ਮੋਹ ਬਣ ਚੁੱਕਾ। ਨਾਲੇ ਮੈਂ ਜਾਣਦਾ ਹਾਂ ਇਹ ਸਾਥ ਨਿਭਣ ਵਾਲੀਆਂ ਨਹੀਂ। ਜਿਹੜੀਆਂ ਚੀਜ਼ਾਂ ਘੁੱਟ ਕੇ ਛਾਤੀ ਦੇ ਨਾਲ ਲਾਈਆਂ ਹੋਈਆਂ ਨੇ ਉਹ ਨਹੀਂ ਰਹਿਣਗੀਆਂ, ਕਿਉਂਕਿ ਛਾਤੀ ਨਹੀਂ ਰਹੇਗੀ, ਇੱਕ ਦਿਨ ਇਹ ਵੀ ਖਤਮ ਹੋ ਜਾਏਗੀ। ਜਿਹੜੀਆਂ ਚੀਜ਼ਾਂ ਹੱਥਾਂ ਦੇ ਵਿੱਚ ਘੁੱਟ ਕੇ ਫੜੀਆਂ ਹੋਈਆਂ ਨੇ ਉਹ ਵੀ ਨਹੀਂ ਇੱਕ ਦਿਨ ਰਹਿਣਗੀਆਂ, ਹੱਥ ਵੀ ਨਹੀਂ ਰਹਿਣਗੇ। ਹੁਣ ਨਾਲੇ ਮਨ ਨੂੰ ਪਤਾ ਹੈ ਇਹ ਸਾਰੀਆਂ ਚੀਜ਼ਾਂ ਇੱਦਾਂ ਨੇ, ਪਰ ਫਿਰ ਵੀ ਮੋਹ ਜਿਹੜਾ ਹੈ ਉਹਨਾਂ ਨਾਲ ਬਣਿਆ ਹੋਇਆ।
हे गुरु ਸਾਹਿਬ ਕਿਰਪਾ ਕਰੋ, ਕਰ ਕਿਰਪਾ ਉਦਰ ਹਰ ਨਾਗਰ। ਪਤਾ ਹੋਣ ਦੇ ਬਾਵਜੂਦ ਵੀ ਕਿ ਇਹ ਵਿਕਾਰ ਆ, ਮੈਂ ਇਸ ਤੋਂ ਮੁਕਤ ਨਹੀਂ ਹੋ ਪਾ ਰਿਹਾ। ਕਿਰਪਾ ਕਰਕੇ ਮੈਨੂੰ ਇਹਨਾਂ ਸਾਰੀਆਂ ਵਸਤੂਆਂ ਦੇ ਮੋਹ ਦੇ ਬੰਧਨਾਂ ਤੋਂ ਬਚਾ ਲਵੋ। ਆਪਾਂ ਪਹਿਲਾਂ ਵੀ ਦੀਵਾਨ ਵਿੱਚ ਰੋਜ਼ਾਨਾ ਹੀ ਵਿਚਾਰ ਹੁੰਦੀ ਆ ਅਤੇ ਇਹ ਸਮਝਾਉਂਦੇ ਹਾਂ। ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਆ, ਉਹ ਸਮਝਾਉਂਦੇ ਆਪਾਂ ਨੂੰ ਕਿ ਇਨਸਾਨ ਦੀ ਕੀਮਤ ਜਿਹੜੀ ਆ ਉਹ ਵਸਤੂਆਂ ਨਾਲੋਂ ਵੱਧ ਆ। ਪੈਸੇ ਨਾਲੋਂ ਵੀ ਇਨਸਾਨ ਦੀ ਕੀਮਤ ਜ਼ਿਆਦਾ। ਇਨਸਾਨ ਦੀ ਕੀਮਤ ਚੀਜ਼ਾਂ ਨਾਲੋਂ ਵੀ ਜ਼ਿਆਦਾ। ਪੈਸਾ ਖਤਮ ਹੋ ਜੇ, ਅੱਗ ਦੇ ਵਿੱਚ ਸੜ ਕੇ ਸਵਾਹ ਹੋ ਜੇ, ਚੋਰੀ ਹੋ ਜੇ, ਦੁਬਾਰਾ ਕਮਾਇਆ ਜਾ ਸਕਦਾ। ਉਹਦੇ ਨਾਲ ਦੇ ਨੋਟ, ਘਰ ਵਿੱਚ ਕੋਈ ਵਸਤੂ ਟੁੱਟ ਗਈ, ਉਹਦੇ ਨਾਲ ਦੀ ਨਵੀਂ ਬਾਜ਼ਾਰੋਂ ਮਿਲ ਜਾਂਦੀ ਆ। ਗੱਡੀ ਐਕਸੀਡੈਂਟ ਹੋ ਜੇ, ਬਿਲਕੁਲ ਉੱਦਾਂ ਦੀ ਬਣਾ ਦਿੰਦੇ ਆ। ਪਰ ਇਨਸਾਨ ਜਦੋਂ ਗਵਾਚਦੇ ਆ, ਚਲੇ ਜਾਂਦੇ ਆ, ਫਿਰ ਉਹ ਮੁੜ ਨਹੀਂ ਆਉਂਦੇ ਉਹੋ ਜਿਹੇ। ਤਾਂ ਇਸ ਕਰਕੇ ਮਨੁੱਖ ਜਿਹੜਾ ਹੈ ਇਹ ਦੁਰਲੱਭ ਜਨਮ ਆ। ਕਬੀਰ ਸਾਹਿਬ ਜੀ ਨੂੰ ਕਹਿੰਦੇ ਆ, ਕਬੀਰ ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰੈ ਬਾਰ। ਜਿਉਂ ਬਨ ਫਲ ਪਾਕੇ ਭੋਏ ਗਿਰਹੇ, ਬਹੁਰ ਨ ਲਾਗੇ ਡਾਰ। ਭਗਤ ਜੀ ਫਰਮਾਉਂਦੇ ਆ ਕਿ ਜਿਸ ਤਰ੍ਹਾਂ ਡਾਹਣੀ 'ਤੇ ਲੱਗਾ ਹੋਇਆ ਫਲ ਆ, ਉਹ ਜ਼ਮੀਨ 'ਤੇ ਡਿੱਗਦਾ, ਮੁੜ ਨਹੀਂ ਉਹ ਟਾਹਣੀ ਨਾਲ ਜੁੜਦਾ। ਜੰਗਲ ਦੇ ਵਿੱਚ ਦਰਖਤ ਆ, ਦਰਖਤ ਨੂੰ ਲੱਗਾ ਹੋਇਆ ਫਲ ਆ, ਟੁੱਟ ਕੇ ਜ਼ਮੀਨ 'ਤੇ ਡਿੱਗ ਪਵੇ, ਦੁਬਾਰਾ ਮੁੜ ਟਾਹਣੀ ਨਾਲ ਨਹੀਂ ਜੁੜ ਸਕਦਾ। ਬਿਲਕੁਲ ਹੱਥੋਂ ਖੁੱਸਿਆ ਹੋਇਆ ਮਨੁੱਖਾ ਜਨਮ ਮੁੜ ਨਹੀਂ ਬੰਦੇ ਨੂੰ ਮਿਲ ਸਕਦਾ। ਇਹ ਬਹੁਤ ਕੀਮਤੀ ਵਸਤੂ ਆ ਜਿਹੜਾ ਮਨੁੱਖ ਦਾ ਜਨਮ ਹੋਣਾ। ਪਰ ਮੁਹੱਬਤ ਤੋਂ ਬਿਨਾਂ ਸਰੀਰ ਸਿਰਫ ਮਸ਼ੀਨ ਹੁੰਦਾ। ਇਸ ਕਰਕੇ ਆਪਣਤ ਤੋਂ ਬਿਨਾਂ ਰਿਸ਼ਤੇ ਸਿਰਫ ਆਪਾਂ ਕਹਿ ਸਕਦੇ ਹਾਂ ਸਿਰਫ ਉੱਪਰੋਂ ਉੱਪਰੋਂ ਹੁੰਦੇ ਆ। ਆਪਣੇਪਣ ਤੋਂ ਬਿਨਾਂ ਰਿਸ਼ਤੇ ਸੰਬੰਧ ਨਹੀਂ ਬਣ ਸਕਦੇ ਕਦੇ ਵੀ, ਉੱਪਰੋਂ ਉੱਪਰੋਂ ਹੁੰਦੇ ਆ। ਪ੍ਰੇਮ ਤੋਂ ਬਿਨਾਂ ਮਨੁੱਖ ਮਸ਼ੀਨ ਹੁੰਦਾ ਇੱਕ ਤਰ੍ਹਾਂ ਦੀ। ਆਪਣਤ ਤੋਂ ਬਿਨਾਂ ਰਿਸ਼ਤੇ ਸੰਬੰਧ ਨਹੀਂ ਬਣ ਸਕਦੇ। ਗੁਰੂ ਸਾਹਿਬ ਜੀ ਇਹ ਕਹਿ ਰਹੇ ਆ, ਮਿਥਨ ਮੋਹ ਅਗਨ ਸ਼ੋਕ ਸਾਗਰ। ਤਾਂ ਹੁਣ ਨਾਸਵੰਤ ਚੀਜ਼ਾਂ ਦਾ ਜਿਹੜਾ ਮੋਹ ਆ, ਮਨ ਨੂੰ ਪਤਾ ਇਹ ਸਾਰੀਆਂ ਚੀਜ਼ਾਂ ਇਵੇਂ ਆ, ਪਰ ਫਿਰ ਵੀ ਉਹ ਤੋਂ ਬਚਿਆ ਨਹੀਂ ਜਾ ਰਿਹਾ। ਉਹਦੇ ਲਈ ਗੁਰੂ ਦੀ ਲੋੜ ਆ। ਮਨ ਨੂੰ ਸਾਰੀਆਂ ਚੀਜ਼ਾਂ ਦਾ ਪਤਾ, ਆਪਾਂ ਇਹ ਨਹੀਂ ਕਹਿ ਸਕਦੇ ਚੰਗੇ ਮਾੜੇ ਦੀ ਸਾਨੂੰ ਸੋਝੀ ਨਹੀਂ। ਆਪਾਂ ਛੋਟੇ ਬੱਚੇ ਨੂੰ ਕਹਿ ਸਕਦੇ ਹਾਂ ਜਿਹੜਾ ਬਿਲਕੁਲ ਹਜੇ ਅਜਾਣ ਆ, 5-7 ਸਾਲ ਤੱਕ ਚਲੋ ਬੱਚੇ ਨੂੰ ਨਹੀਂ ਪਤਾ ਹੁੰਦਾ। ਪਰ ਅੱਜ ਕੱਲ੍ਹ ਦੇ ਜਿਹੜੇ ਬੱਚੇ ਆ 10 ਸਾਲ ਤੋਂ ਬਾਅਦ ਉਹਨਾਂ ਨੂੰ ਸਭ ਕੁਝ ਪਤਾ, ਜਾਂ ਇੱਦੋਂ ਛੋਟੇ ਕਈ ਨੇ ਉਹਨਾਂ ਨੂੰ ਸਭ ਕੁਝ ਪਤਾ ਕੀ ਚੰਗਾ ਕੀ ਮਾੜਾ। ਕਿਉਂਕਿ ਉੱਧਰੋਂ ਉਮਰਾਂ ਘੱਟ ਗਈਆਂ, ਪਿਛਲੇ ਪਾਸੋਂ ਜੀ 100 ਸਾਲ ਸੀ ਉਹ 70 75 60 70 ਇੱਥੇ ਰਹਿ ਗਈ। ਆਪਾਂ ਕਹਿੰਦੇ ਬੱਚੇ ਬਹੁਤ ਚੁਸਤ ਆ, ਚਲਾਕ ਨੇ। ਅੱਜ ਦੇ ਚਲਾਕ ਨਹੀਂ, ਉਹ ਉੱਧਰੋਂ ਉਮਰਾਂ ਘੱਟ ਗਈਆਂ। ਜਿਵੇਂ ਅੱਗੇ ਬੱਚਾ 18 ਸਾਲ 19 ਸਾਲ ਦਾ ਹੋ ਕੇ ਸਿਆਣਾ ਹੁੰਦਾ ਸੀ, ਉਦੋਂ ਉਮਰ ਵੀ 100 ਸਾਲ ਸੀ। ਹੁਣ 5-5 7-7 ਸਾਲ ਦੇ ਜਿਹੜੇ ਜਵਾਕ ਆ, ਉਹ 20-20 ਸਾਲਾਂ ਵਾਲੇ ਜਿਹੜੇ ਬੱਚੇ ਨੇ ਉਹਨਾਂ ਵਾਲੀਆਂ ਗੱਲਾਂ ਕਰਦੇ ਨੇ, ਕਿਉਂਕਿ ਉੱਧਰੋਂ ਉਮਰਾਂ ਘੱਟ ਚੁੱਕੀਆਂ ਨੇ। ਪਿਛਲੇ ਪਾਸੋਂ 100 ਸਾਲ ਦਾ ਜਿਹੜੀ ਐਵਰੇਜ ਸੀ ਉਹ ਡਿੱਗ ਕੇ ਨੀਚੇ ਨੂੰ ਆ ਗਈ। ਤਾਂ ਗੱਲ ਆਪਾਂ ਇਹ ਕਰ ਰਹੇ ਹਾਂ ਕਿ ਮਨ ਸਾਰਾ ਕੁਝ ਜਾਣਦਾ। ਇਹ ਨਹੀਂ ਕਿ ਮਨ ਨੂੰ ਪਤਾ ਨਹੀਂ। ਬੇਈਮਾਨੀ ਕਰਨੀ ਪਾਪ ਆ, ਮਨ ਨੂੰ ਪਤਾ, ਪਰ ਲੋਕ ਕਰ ਰਹੇ ਆ।
ਝੂਠ ਬੋਲਣਾ ਪਾਪ ਆ, ਗਲਤ ਗੱਲ ਆ, ਲੋਕ ਬੋਲ ਰਹੇ ਆ। ਠੱਗੀ ਕਰਨੀ, ਧੋਖਾ ਕਰਨਾ ਪਾਪ ਆ, ਮਨ ਕਰ ਰਿਹਾ। ਕਿਸੇ ਦਾ ਪਰਾਇਆ ਹੱਕ ਨਹੀਂ ਖਾਣਾ, ਲੋਕ ਖਾ ਰਹੇ ਆ, ਨਾਲੇ ਉਹ ਜਾਣਦੇ ਆ। ਇਹਨੂੰ ਕਹਿੰਦੇ ਆ ਅੱਧਾ ਗਿਆਨ। ਇਹ ਬਹੁਤ ਮਾੜਾ। ਝੂਠ ਬੋਲਣਾ ਪਾਪ ਆ, ਮੈਂ ਬੋਲ ਰਿਹਾ, ਮੈਨੂੰ ਪਤਾ ਵੀ ਆ। ਮਨ ਜਾਣੈ ਸਭ ਬਾਤ, ਮਨ ਸਾਰੀਆਂ ਗੱਲਾਂ ਸਮਝਦਾ। ਆਪਾਂ ਛੋਟੇ ਤਾਂ ਹੈ ਨਹੀਂ, ਲੋਕ ਛੋਟੇ ਬੱਚੇ ਤਾਂ ਹੈ ਨਹੀਂ ਕਿ ਉਹਨਾਂ ਨੂੰ ਪਤਾ ਨਹੀਂ। ਮਨ ਜਾਣੈ ਸਭ ਬਾਤ ਕਬੀਰ, ਮਨ ਸਾਰੀਆਂ ਗੱਲਾਂ ਸਮਝਦਾ, ਪਰ ਜਾਣਤ ਹੀ ਔਗਣ ਕਰੇ। ਜਾਣ ਬੁੱਝ ਕੇ ਔਗਣ ਕਰਦਾ। ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੇ। ਜਾਣ ਬੁੱਝ ਕੇ ਕਰਦਾ, ਪਤਾ ਵੀ ਆ ਗਲਤ ਆ ਪਰ ਕਰਦਾ ਵੀ ਆ। ਉਹਦਾ ਕਾਰਨ ਕੀ ਆ? ਉਹਦੇ ਵਿਕਾਰਾਂ ਦੇ ਇੰਨਾ ਵੱਸ ਪਿਆ ਹੋਇਆ, ਇੰਨਾ ਵੱਸ ਕਾਹੇ ਕੀ ਕੁਸਲਾਤ। ਕਬੀਰ ਸਾਹਿਬ ਜੀ ਕਹਿੰਦੇ, ਮੈਂ ਕੀ ਕਹਾਂ ਹੁਣ, ਹਾਥ ਦੀਪ ਕੂਏ ਭਰੇ। ਬੰਦੇ ਦੇ ਹੱਥ 'ਚ ਦੀਵਾ, ਸਾਹਮਣੇ ਖੂਹ ਆ, ਪਰ ਡਿੱਗਦਾ ਉਹ ਖੂਹ 'ਚ ਹੀ ਆ। ਤਾਂ ਦੀਵਾ ਜਿਹੜਾ ਉਹਦੇ ਹੱਥ 'ਚ ਫੜਿਆ ਹੋਇਆ ਤੇ ਉਹਨੂੰ ਸਮਝ ਨਹੀਂ ਕਿ ਇਹਦੇ ਨਾਲ ਬਚਿਆ ਜਾ ਸਕਦਾ। ਗੁਰੂ ਦਾ ਗਿਆਨ ਵੀ ਕੋਲੇ ਹੀ ਆ, ਸਾਡੇ ਇਰਦ ਗਿਰਦ ਗੱਲਾਂ ਸਾਰੀਆਂ ਹੀ ਨੇ, ਪਰ ਬੰਦਾ ਡਿੱਗਦਾ ਫਿਰ ਖੂਹ 'ਚ ਹੀ ਕਿਉਂ ਆ? ਗੁਰੂ ਅਰਜਨ ਦੇਵ ਜੀ ਕਹਿੰਦੇ ਕਿ ਉਹਨੂੰ ਜਕੜਿਆ ਹੋਇਆ ਅੰਧ ਵਿਸ਼ਵਾਸ ਨੇ, ਵਿਕਾਰਾਂ ਨੇ ਬੱਸ 'ਚ ਕੀਤਾ ਹੋਇਆ। ਭਾਵੇਂ ਸਮਝ ਸਾਰੀ ਆ ਚੰਗੇ ਮਾੜੇ ਦੀ, ਪਰ ਫਿਰ ਵੀ ਮਾੜਾ ਹੀ ਕਰ ਰਿਹਾ। ਕਿਉਂ? ਕਿਉਂਕਿ ਉਹਦੇ ਹੁਣ ਵੱਸ ਨਹੀਂ, ਵਿਕਾਰਾਂ ਨੇ ਉਹਨੂੰ ਇੱਥੋਂ ਤੱਕ ਜਕੜ ਲਿਆ। ਹੁਣ ਉਹਦੀ ਉਹਨਾਂ ਅੱਗੇ ਪੇਸ਼ ਨਾ ਗਈਆ ਕਾਈ, ਹੁਣ ਪੇਸ਼ ਨਹੀਂ ਜਾਂਦੀ। ਹੁਣ ਮੈਨੂੰ ਪਤਾ ਵੀ ਆ ਵਿਕਾਰ ਇਹ ਆ, ਪਰ ਮੈਂ ਫਿਰ ਵੀ ਉਹਦੇ ਵਿੱਚ ਗਲਤਾਨ ਹੋਇਆ ਪਿਆ। ਚੀਜ਼ਾਂ ਦਾ ਮੋਹ ਨਹੀਂ ਕਰਨਾ ਚਾਹੀਦਾ, ਕੰਧਾਂ ਨਾਲ ਪਿਆਰ ਨਹੀਂ ਕਰਨਾ ਚਾਹੀਦਾ, ਘਰ ਨਾਲ ਮੋਹ ਨਹੀਂ ਪਾਉਣਾ ਚਾਹੀਦਾ। ਸਾਰਾ ਕੁਝ ਪਤਾ, ਛੱਡ ਕੇ ਚਲੇ ਜਾਣਾ, ਪਰ ਫਿਰ ਵੀ ਮੋਹ ਪੈ ਰਿਹਾ। ਲੜਾਈ ਨਹੀਂ ਕਰਨੀ ਚਾਹੀਦੀ। ਕਈ ਵਾਰੀ ਬੰਦੇ ਨੂੰ ਪਤਾ ਹੁੰਦਾ ਆਪਾਂ ਕਿਸੇ ਨਾਲ ਲੜਨਾ ਨਹੀਂ ਹੈਗਾ, ਪਰ ਫਿਰ ਵੀ ਬੰਦਾ ਲੜ ਪੈਂਦਾ, ਬਸ ਨਹੀਂ ਹੈਗਾ। ਤਾਂ ਹੁਣ ਇਹਨਾਂ ਚੀਜ਼ਾਂ ਲਈ ਗੁਰੂ ਦੀ ਲੋੜ ਸੀਗੀ। ਅਰਦਾਸ ਕਿਉਂ ਬਣਾਈ ਗਈ? ਇਵੇਂ ਲੋੜ ਪਈ। ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਸਾਰੀ ਸੰਗਤ ਮਹਾਰਾਜ ਨੇ ਉਹ ਮਰਿਆਦਾ ਬਣਾਈ ਆ। ਤਾਂ ਗੁਰੂ ਪਿਆਰੀ ਸੰਗਤ ਜੀ, ਭਗਤ ਕਬੀਰ ਜੀ ਦਾ ਇੱਕ ਬਚਨ ਆ ਬਹੁਤ ਪਿਆਰਾ। ਕਹਿੰਦੇ ਨੇ, ਕਬੀਰ ਗਰਬ ਨਾ ਕੀਜੀਐ, ਸਾਰਿਆਂ ਨਾਲੋਂ ਵੱਡਾ ਵਿਕਾਰ ਹੰਕਾਰ ਆ, ਸਭ ਤੋਂ ਐਂਡ ਤੇ ਮਰਦਾ ਇਹ। ਬਹੁਤ ਔਖਾ ਇਹਨੂੰ ਮਾਰਨਾ, ਜਿਹਨੂੰ ਹਉਮੈ ਕਹਿੰਦੇ ਆ। ਹੌਲੀ ਹੌਲੀ ਸੂਖਮ ਸੂਖਮ ਹਉਮੈ ਇਕੱਠੀ ਹੁੰਦੀ ਜਾਂਦੀ ਆ, ਹੰਕਾਰ ਬਣ ਜਾਂਦੀ ਹੈ। ਹੌਲੀ ਹੌਲੀ ਅਸਲ ਵਿੱਚ ਸਾਡੇ ਤੱਕ ਬਹੁਤ ਕੁਝ ਆਉਂਦਾ, ਬਾਹਰੋਂ ਵੀ ਆਉਂਦਾ ਤੇ ਅੰਦਰੋਂ ਵੀ ਆਉਂਦਾ। ਜਿਵੇਂ ਛੋਟੀਆਂ ਛੋਟੀਆਂ ਕੀੜੀਆਂ ਲੈਣ ਬਣਾ ਕੇ ਆਉਂਦੀਆਂ, ਛੋਟੇ ਛੋਟੇ ਦਾਣੇ ਜਿਹੜੇ ਆ ਕਣਕ ਦੇ, ਖੰਡ ਦੇ ਇਕੱਠੀ ਕਰਕੇ ਖੁੱਡ 'ਚ ਪਤਾ ਹੀ ਨਹੀਂ ਕਿੰਨਾ ਕੁਝ ਇਕੱਠਾ ਹੋ ਜਾਂਦਾ। ਸਾਡੇ ਤੱਕ ਵੀ ਹੌਲੀ ਹੌਲੀ ਰੋਜ਼ ਰੋਜ਼ ਬਹੁਤ ਕੁਝ ਆ ਰਿਹਾ, ਬਾਹਰੋਂ ਆ ਰਿਹਾ। ਅਸੀਂ ਸੁਣ ਰਹੇ ਹਾਂ ਗਲਤ ਚੀਜ਼ਾਂ, ਕੰਨਾਂ ਰਾਹੀਂ ਦੇਖ ਰਹੇ ਹਾਂ। ਬਾਅਦ 'ਚ ਪਤਾ ਲੱਗਦਾ ਕਿੰਨਾ ਕੁਝ ਹੋ ਗਿਆ ਅੰਦਰ ਇਕੱਠਾ। ਉਹ ਮਨ ਬਣ ਜਾਂਦਾ। ਸੁਣੀਆਂ ਚੀਜ਼ਾਂ, ਦੇਖੀਆਂ ਚੀਜ਼ਾਂ, ਮਹਿਸੂਸ ਕੀਤੀਆਂ ਗੱਲਾਂ ਮਨ ਬਣ ਜਾਂਦੀਆਂ। ਕਬੀਰ ਸਾਹਿਬ ਜੀ ਦਾ ਬਹੁਤ ਮੈਨੂੰ ਸੋਹਣਾ ਬਚਨ ਲੱਗਦਾ, ਸਾਰਿਆਂ ਨੂੰ ਹੀ ਲੱਗੇਗਾ। ਕਬੀਰ ਗਰਬ ਨਾ ਕੀਜੀਐ। ਚਾਰ ਇਹਨਾਂ ਦੇ ਸ਼ਬਦ ਆ ਇਹੋ ਜਿਹੇ, ਜਿੱਥੇ ਉਹ ਗਰਬ ਸ਼ਬਦ ਵਰਤਦੇ ਆ। ਇੱਥੇ ਗਰਬ ਦਾ ਅਰਥ ਆ ਹੰਕਾਰ। ਤੁਹਾਨੂੰ ਸੁਣ ਕੇ ਸਮਝ ਲੱਗੂ ਵਧੀਆ ਤਰੀਕੇ ਨਾਲ। ਕਬੀਰ, ਹੇ ਕਬੀਰ, ਗਰਬ ਨਾ ਕੀਜੀਐ, ਕਦੇ ਵੀ ਹੰਕਾਰ ਨਾ ਕਰੋ। ਕਿਸ ਗੱਲ ਦਾ ਬੰਦੇ ਨੂੰ ਹੰਕਾਰ ਆ? ਸਰੀਰ ਦਾ ਹੀ ਹੰਕਾਰ ਆ। ਚਾਮ ਲਪੇਟੇ ਹਾੜ, ਇਸ ਕਰਕੇ ਤੂੰ ਨਾ ਹੱਡੀਆਂ ਦੀ ਮੁੱਠਾਂ, ਜਿਹਦੇ ਤੇ ਚੰਮ ਲਿਪਟਿਆ ਹੋਇਆ ਪਾਸੇ ਪਾਸੇ, ਇਹ ਚੀਜ਼ ਦਾ ਤੂੰ ਮਾਣ ਕਰ ਰਿਹਾ।
ਇਹਨੂੰ ਛੱਡ ਦੇ। ਕਬੀਰ ਗਰਬ ਨਾ ਕੀਜੀਏ, ਹੰਕਾਰ ਨਾ ਕਰ। ਕਿਸ ਗੱਲ ਦਾ ਹੰਕਾਰ ਆ? ਦੇਹ ਦਾ ਹੰਕਾਰ ਆ ਬੰਦੇ ਨੂੰ। ਪਹਿਲਾ ਹੰਕਾਰ, ਬਹੁਤ ਮਾਣ ਆ ਬੰਦੇ ਨੂੰ ਕਿ ਮੈਂ ਕੁਝ ਹੈਗਾ। ਚਾਮ ਲਪੇਟੇ ਹਾੜ, ਉਹ ਕਹਿੰਦੇ ਤੂੰ ਵੇਖ, ਪਹਿਲਾਂ ਪੂਰੀ ਗੌਰ ਨਾਲ ਵੇਖ, ਲੰਮੀ ਨਜ਼ਰ ਕਰਕੇ ਦੇਖ, ਪਰ ਜੇ ਗੁਰੂ ਕਿਰਪਾ ਕਰੂ ਤੇ ਫੇਰ ਹੀ ਦਿਖੂ ਇਹ ਵੀ ਕਿ ਤੂੰ ਹੱਡੀਆਂ ਦੀ ਮੁੱਠ ਆ, ਹੋਰ ਕੁਝ ਨਹੀਂ। ਤੇ ਉਹਦੇ ਤੇ ਚੰਮ ਲਿਪਟੇ ਹੋਏ ਆ, ਲੀਪਾ ਪੋਚੀ ਕੀਤੀ ਆ, ਇਹ ਵੀ ਤੇਰੀ ਨਹੀਂ ਕੀਤੀ, ਇਹ ਕਲਾਕਾਰੀ ਰੱਬ ਦੀ ਹੋਈ ਆ, ਇਹ ਵੀ ਕਹਿੰਦੇ ਆ, ਇਹ ਵੀ ਤੂੰ ਨਹੀਂ ਕੀਤੀ। ਇਹ 206 ਹੱਡੀਆਂ ਦੇ ਵਿੱਚ ਮਿੱਝ, ਮਾਸ, ਖੂਨ, ਚਮੜੀ, ਉਦੋਂ ਉੱਪਰ ਪਰਤ, ਉਦੋਂ ਉੱਪਰ ਪਿਆਜ਼ ਵਾਂਗੂ ਪਰਤਾਂ ਜਿਹੜੀਆਂ ਚਮੜੀ ਦੀਆਂ ਚਾੜੀਆਂ ਨੇ, ਇਹ ਉਹਨੇ ਚਾੜੀਆਂ ਵਾਹਿਗੁਰੂ ਨੇ, ਤੇਰੇ ਵਾਸਤੇ ਦੀ ਗੱਲ ਨਹੀਂ ਸੀ। ਅੱਗੇ ਉਹ ਰੁਕਦੇ ਨਹੀਂ ਇੱਥੇ ਕਹਿ ਕੇ, ਜੇ ਰੁਕ ਜਾਣ ਤਾਂ ਫਿਰ ਉਹ ਭਗਤ ਕਬੀਰ ਕਾਹਦੇ, ਉਹ ਚੱਲੀ ਜਾਂਦੇ, ਕਹੀ ਜਾਂਦੇ ਕੁਝ ਨਾ ਕੁਝ। ਕਹਿੰਦੇ ਹੈਵਰ ਉੱਪਰ ਛਤਰ ਧਰ ਤੇ ਫੁਨ ਧਰਣੀ ਗਾੜ। ਹੈਵਰ ਕਹਿੰਦੇ ਘੋੜਿਆਂ ਨੂੰ, ਜਿਨ੍ਹਾਂ ਕੋਲ ਵਧੀਆ ਨਸਲ ਦੇ ਘੋੜੇ ਸੀਗੇ, ਜਿਨ੍ਹਾਂ ਦੇ ਸਿਰ ਤੇ ਛਤਰ ਧਰ, ਛਤਰ ਝੁਲਦੇ ਸੀ, ਤੇ ਫੁਨ ਧਰਣੀ ਗਾੜ। ਧਰਣੀ ਦਾ ਅਰਥ ਧਰਤੀ ਦੇ ਥੱਲੇ, ਗਾੜ, ਗਾੜ ਦੇ ਅਰਥ ਗੱਡਣਾ। ਉਹਨਾਂ ਨੂੰ ਧਰਤੀ ਦੇ ਥੱਲੇ ਗੱਡ ਦਿੱਤਾ ਗਿਆ। ਜਦੋਂ ਮਰ ਗਏ ਕਬਰਾਂ ਦੇ ਥੱਲੇ ਦੱਬੇ ਗਏ, ਲੋਕ ਉਹਨਾਂ ਦੇ ਉੱਪਰ ਤੁਰਦੇ ਆ। ਤੇ ਫੁਨ ਧਰਣੀ ਗਾੜ, ਇਹ ਉਹੀ ਸੀ ਜਿਹੜੇ ਕਹਿੰਦੇ ਸੀ ਸਾਡੇ ਬਿਨਾਂ ਨਹੀਂ ਦੁਨੀਆ ਚੱਲਦੀ। ਘੋੜੇ ਸੀਗੇ ਜਿਨ੍ਹਾਂ ਕੋਲੇ, ਰਾਜਿਆਂ ਦੀ ਇੱਥੇ ਉਹਨਾਂ ਨੇ ਉਦਾਹਰਨ ਰਾਜਿਆਂ ਬਾਰੇ ਕਿਹਾ, ਜਿਨ੍ਹਾਂ ਕੋਲ ਘੋੜੇ ਸੀ, ਛਤਰ ਝੁਲਦੇ ਸੀ, ਚੰਗੇ ਮਹਿਲ ਸੀ, ਉਹ ਜ਼ਮੀਨ ਦੇ ਥੱਲੇ ਗੱਡੇ ਗਏ ਆ। ਲੋਕ ਉਹਨਾਂ ਦੇ ਉੱਪਰ ਤੁਰ ਰਹੇ ਆ। ਜਿੱਥੇ ਆਪਾਂ ਬੈਠੇ ਆ ਪਤਾ ਹੀ ਨਹੀਂ ਕਿੰਨਾ ਕੁਝ ਥੱਲੇ ਦਫਨਣਾ, ਸਾਨੂੰ ਇਹਦੇ ਬਾਰੇ ਨਹੀਂ ਪਤਾ। ਸਾਨੂੰ ਤਾਂ ਇੰਨਾ ਹੀ ਪਤਾ ਬਸ ਕਿ ਮੈਂ ਇਸ ਧਰਤੀ 'ਤੇ ਆਇਆ ਹਾਂ ਤੇ ਹੁਣ ਮੈਨੂੰ ਲੱਗਦਾ ਪਤਾ ਹੀ ਨਹੀਂ ਦੂਜੇ ਲੋਕ ਮਰ ਰਹੇ ਆ, ਮੈਂ ਨਹੀਂ ਮਰਾਂਗਾ। ਸਾਨੂੰ ਬਸ ਇੰਨੀ ਸਮਝ ਆ ਹਜੇ, ਇਹ ਅਗਿਆਨਤਾ। ਚਰਨ ਕਮਲ ਸਰਣਾਏ ਨਾਰਾਇਣ, ਹੇ ਵਾਹਿਗੁਰੂ ਚਰਨਾਂ ਕਮਲਾਂ ਦਾ ਮੈਨੂੰ ਆਸਰਾ ਦੇ। ਦੀਨਾ ਨਾਥ, ਅਨਾਥਾਂ ਦੇ ਸਹਾਰੇ। ਦੀਨਾ ਨਾਥ ਤੋਂ ਭਾਵ, ਨਾਥ ਤੋਂ ਭਾਵ ਹੁੰਦਾ ਜਿਹੜਾ ਨੱਥ ਲਵੇ। ਜਿਵੇਂ ਤੁਸੀਂ ਸਰਕਾਰੀ ਦਫ਼ਤਰ 'ਚ ਜਾਓਗੇ, ਉੱਥੇ ਕਾਗਜ਼ ਵੱਖਰੇ ਵੱਖਰੇ ਆ, ਉਹ ਕਾਗਜ਼ਾਂ 'ਤੇ ਲਿਖਿਆ ਹੁੰਦਾ ਇਹਨਾਂ ਨੂੰ ਨੱਥੀ ਕਰਕੇ ਤੇ ਫਿਰ ਦਸਤਖਤ ਕਰਕੇ ਜਮ੍ਹਾਂ ਕਰਵਾਓ, ਨੱਥੀ ਕਰੋ, ਇਹਨਾਂ ਨੂੰ ਖਿੱਲਰੇ ਪਏ ਆ। ਹੁਣ ਸਟੈਪਲੇਜ਼ਰ ਆ ਗਏ, ਬਹੁਤ ਤਰ੍ਹਾਂ ਦੀਆਂ ਚੀਜ਼ਾਂ ਆ ਗਈਆਂ। ਪਹਿਲਾਂ ਸ਼ਬਦ ਹੁਣ ਵੀ ਸਰਕਾਰੀ ਦਫ਼ਤਰਾਂ 'ਚ ਲਿਖਿਆ ਹੁੰਦਾ ਨੱਥੀ ਕਰੋ ਇਹਨਾਂ ਨੂੰ। ਖਿੱਲਰੀਆਂ ਚੀਜ਼ਾਂ ਨੂੰ ਇਕੱਠਾ ਕਰਨਾ ਇਹ ਨਾਥ ਕਰ ਸਕਦਾ। ਗੁਰੂ ਨਾਨਕ ਸਾਹਿਬ ਜੀ ਜਦੋਂ ਕਹਿੰਦੇ ਆ ਕਿ ਨਾਥ, ਭਗੰਦਰ ਨਾਥ ਤੇ ਗੋਪੀਨਾਥ, ਇਸ ਤਰ੍ਹਾਂ ਦੇ ਈਸ਼ਰਨਾਥ, ਗੋਰਖਨਾਥ, ਬਹੁਤ ਨਾਥ ਆ। ਕਹਿੰਦੇ ਤੁਸੀਂ ਕਾਹਦੇ ਨਾਥ ਹੋ? ਨਾਥ ਤਾਂ ਉਹ ਆ ਜਿਹੜਾ ਨੱਥ ਲਵੇ। ਦੁਨੀਆ ਨੂੰ ਤਾਰਦੇ ਸਮੇਰ ਪਰਬਤ 'ਤੇ ਗਏ ਗੁਰੂ ਨਾਨਕ ਜੀ। ਇੱਕ ਬਹੁਤ ਹੀ ਹੰਕਾਰਿਆ ਹੋਇਆ ਈਸ਼ਰਨਾਥ ਆਇਆ ਉੱਥੇ ਸਮੇਰ ਪਰਬਤ 'ਤੇ, ਕਹਿਣ ਲੱਗਾ ਜੀ ਆਦੇਸ਼ ਆਦੇਸ਼। ਗੁਰੂ ਸਾਹਿਬ ਜੀ ਬੋਲੇ, ਕਹਿੰਦੇ ਏਕ ਓਂਕਾਰ ਕੋ ਆਦੇਸ਼ ਹੈ। ਉਹ ਰੱਬ ਨੂੰ ਆਦੇਸ਼ ਆ, ਨਮਸਕਾਰ ਉਹਨੂੰ ਆ, ਹੋਰ ਕਿਸੇ ਨੂੰ ਨਹੀਂ। ਨਮਸਕਾਰ ਤਿਸ ਹੀ ਕੋ ਹਮਾਰੀ। ਗੁਰੂ ਗੋਬਿੰਦ ਸਿੰਘ ਜੀ, ਸ਼ਕਲ ਪ੍ਰਜਾ ਜਿਨ ਆਪ ਸਵਾਰੀ, ਉਹਨੂੰ ਆਦੇਸ਼ ਆ। ਫਿਰ ਉਹ ਕਹਿੰਦੇ ਬਹਿ ਜਾਓ ਜੀ, ਪਿਆਰ ਨਾਲ ਬਿਠਾ ਦਿਆ। ਪਰ ਉਹਦੇ ਹੰਕਾਰ ਸੀ, ਈਸ਼ਰਨਾਥ ਸੀ ਉਹਦਾ ਨਾਂ। ਨਾਥਾਂ ਨਾਲ ਆਪਾਂ ਵਿਚਾਰ ਕਰਦੇ ਹਾਂ, ਚਰਚਾ ਜਿਹੜੀ ਹੋਈ ਹੈ। ਕਹਿਣ ਲੱਗੇ ਕਿੱਥੋਂ ਆਏ ਹੋ, ਕਿੱਥੇ ਚੱਲੇ ਹੋ, ਕੌਣ ਹੋ ਤੁਸੀਂ? ਗੁਰੂ ਸਾਹਿਬ ਜੀ ਕਹਿੰਦੇ ਜੇ ਪੁੱਛਦੇ ਹੋ ਕੌਣ ਹੋ ਤੁਸੀਂ, ਪੰਜ ਤੱਤ ਤਾਂ ਅਸੀਂ ਹੈ ਨਹੀਂ। ਪੰਜ ਤੱਤ ਜਿਹੜੇ ਵਾਹਿਗੁਰੂ ਨੇ ਇਕੱਠੇ ਕੀਤੇ ਆ, ਸਰੀਰ ਤਾਂ ਅਸੀਂ ਹੈ ਨਹੀਂ ਗੇ। ਆਤਮਾ ਜਿਹੜੀ ਇਹਦੇ ਵਿੱਚ ਰਹਿਣ ਵਾਲੀ, ਉਹ ਪਰਮਾਤਮਾ ਦੀ ਅੰਸ਼ ਆ। ਉਹਦੇ ਬਾਰੇ ਪੁੱਛ ਰਹੇ ਹੋ ਕਿ ਆ ਚਮੜੀ ਬਾਰੇ ਪੁੱਛ ਰਹੇ ਹੋ? ਕਿਹਦੇ ਬਾਰੇ ਪੁੱਛਣਾ ਚਾਹੁੰਦੇ ਹੋ ਵੀ ਕੌਣ ਹੋ ਤੁਸੀਂ? ਇਹੀ ਪਤਾ ਕਰਨ ਲਈ ਤਾਂ ਫਿਰ ਰਹੇ ਹਾਂ ਕਿ ਕੌਣ ਹਾਂ ਮੈਂ। ਇਹਦੀ ਤਾਂ ਪਤਾ ਨਹੀਂ ਲੱਗ ਰਿਹਾ ਕਿ ਮੈਂ ਕੌਣ ਹਾਂ। ਮੈਨੂੰ ਲੱਗਦਾ ਮੈਂ ਸਰੀਰ ਹਾਂ,
ਮੈਂ ਹੰਕਾਰ ਕਰਦਾ। ਮੈਨੂੰ ਲੱਗਦਾ ਮੈਂ ਘਰ ਦਾ ਮਾਲਕ ਹਾਂ, ਮੈਨੂੰ ਲੱਗਦਾ ਮੈਂ ਕਿਸੇ ਦਾ ਪਿਤਾ ਹਾਂ, ਮੈਨੂੰ ਲੱਗਦਾ ਮੈਂ ਕਿਸੇ ਦਾ ਪੁੱਤ ਹਾਂ, ਮੈਨੂੰ ਲੱਗਦਾ ਮੈਂ ਕਿਸੇ ਨੂੰ ਕੁਝ ਸਿਖਾਤਾ ਅਤੇ ਮੈਂ ਉਸਤਾਦ ਬਣ ਗਿਆ, ਮੈਨੂੰ ਲੱਗਦਾ ਮੈਂ 4 ਕਿਤਾਬਾਂ ਪੜ੍ਹੀਆਂ, ਮੈਂ ਵਿਦਵਾਨ ਬਣ ਗਿਆ। ਕੌਣ ਹਾਂ ਮੈਂ? ਇਹੀ ਤਾਂ ਪਤਾ ਕਰਦੇ ਫਿਰਦੇ ਆ। ਈਸ਼ਰ ਨਾਥ ਨੂੰ ਬਿਠਾਇਆ, ਕਹਿੰਦੇ ਨਾਥ ਕੌਣ ਹੁੰਦਾ? ਜਿਹੜਾ ਨੱਥ ਲਵੇ, ਨੱਥੀ ਕਰ ਲਵੇ ਅੱਗ, ਪਾਣੀ, ਆਕਾਸ਼, ਮਿੱਟੀ, ਹਵਾ, ਇਹਨਾਂ ਨੂੰ ਇਕੱਠਾ ਕਰਕੇ ਗੁੰਨ ਕੇ ਬਣਾ ਰਿਹਾ ਉਹ ਬੰਦੇ ਨੂੰ। ਉਹ ਨਾਥ, ਨਾਥ ਤਾਂ ਉਹ ਆ। ਤੁਸੀਂ ਕਾਹਦੇ ਨਾਥ ਹੋ? ਈਸ਼ਰ ਨਾਥ ਜੀ। ਨਾਥ ਤਾਂ ਉਹ ਆ। ਹਾਂ, ਇੰਨਾ ਹੋ ਸਕਦਾ, ਤੁਸੀਂ ਉਹਦੇ ਨਾਲ ਜੁੜ ਜਾਓ ਦਿਲੋਂ ਅਤੇ ਤੁਸੀਂ ਨਾਥ ਬਣ ਜਾਓਗੇ। ਹਰ ਕਾ ਸੇਵਕ ਸੋ ਹਰ ਜੇਹਾ, ਇਹ ਆਖਿਆ। ਅਨਾਥਾਂ ਨਾਥ ਭਗਤ ਪੈ ਮੇਟਣ, ਸਾਧ ਸੰਗ ਜਮਦੂਤ ਨ ਭੇਟਣ। ਜਿਹੜਾ ਇਨਸਾਨ ਗੁਰੂ ਦੀ ਸ਼ਰਨ ਆ ਜੇ, ਉਹ ਜੋ ਹੋ ਰਿਹਾ ਉਹਦੀ ਜ਼ਿੰਦਗੀ 'ਚ, ਜੋ ਹੋ ਰਿਹਾ ਉਹਨੇ ਕਬੂਲ ਕਰ ਲੈਣਾ। ਮਹਾਤਮਾ ਬੁੱਧ ਜੀ ਦੀ ਇੱਕ ਘਟਨਾ ਬੜੀ ਪਿਆਰੀ ਲੱਗੀ ਮੈਨੂੰ। ਉਹਨਾਂ ਦੇ ਜੀਵਨ ਦੇ ਵਿੱਚ ਬਹੁਤ ਪਿਆਰੇ ਪਿਆਰੇ ਮਹਾਂਪੁਰਖ ਪੈਦਾ ਕੀਤੇ ਰੱਬ ਨੇ। ਜਦੋਂ ਰੱਬ ਬਹੁਤ ਜਿਸ ਦਿਨ ਕਿਹਾ ਜਾਂਦਾ, ਪੂਰਾ ਤੁੱਠਾ ਹੁੰਦਾ ਜਿਸ ਦਿਨ, ਉਦੋਂ ਨੂੰ ਇਹੋ ਜਿਹੇ ਇਨਸਾਨਾਂ ਨੂੰ, ਮਹਾਂਪੁਰਖਾਂ ਨੂੰ ਭੇਜਦਾ ਧਰਤੀ 'ਤੇ। ਮਹਾਤਮਾ ਬੁੱਧ ਜੀ ਇੱਕ ਦਿਨ ਬੈਠੇ ਸੀ ਅਤੇ ਹੱਥ ਦੇ ਵਿੱਚ ਇੱਕ ਫੁੱਲ ਸੀ ਕਮਲ ਦਾ, ਉਹਨੂੰ ਵੇਖੀ ਜਾ ਰਹੇ ਆ। ਕੁਝ ਲੋਕ ਆਏ ਹੋਏ ਆ, ਚੇਲੇ ਵੀ ਬੈਠੇ ਆ ਉਹਨਾਂ ਦੇ ਸਿੱਖਣ ਵਾਲੇ। 1 ਘੰਟਾ ਬੀਤਿਆ, ਫੁੱਲ ਨੂੰ ਹੀ ਵੇਖੀ ਗਏ। 2 ਘੰਟੇ ਲੰਘ ਗਏ, ਫੁੱਲ ਨੂੰ ਵੇਖੀ ਗਏ। ਕੋਈ ਨਹੀਂ ਕੁਝ ਬੋਲਿਆ ਹੀ ਨਹੀਂ ਕੋਈ ਕੁਝ ਉੱਥੇ। ਉਸ ਦਿਨ ਕਥਾ ਨਹੀਂ ਹੋਈ, ਸਿਰਫ ਉਹ ਫੁੱਲ ਨੂੰ ਵੇਖ ਰਹੇ ਆ, ਕਮਲ ਦੇ ਫੁੱਲ ਨੂੰ। ਇਹ ਵੇਖ ਰਹੇ ਆ ਕਿ ਇਹ ਉਸ ਅਗੰਮੀ ਸ਼ਕਤੀ ਦੀ ਕਿੱਡੀ ਵੱਡੀ ਰਚਨਾ। ਫੁੱਲ, ਰੱਬ ਨੇ ਫੁੱਲਾਂ 'ਚ ਅਕਲ ਪਾ ਕੇ ਚੰਗਾ ਨਹੀਂ ਕੀਤਾ, ਇਹਨਾਂ 'ਚ ਅਕਲ ਨਹੀਂ ਪਾਈ ਪਰਮਾਤਮਾ ਨੇ। ਨਹੀਂ, ਇਹ ਸਾਡੇ ਵਰਗੇ ਹੋ ਜਾਣੇ ਸੀ, ਇਹਨਾਂ ਨੇ ਖੁਸ਼ਬੂ ਨਹੀਂ ਸੀ ਵੰਡਣੀ। ਪਰਮਾਤਮਾ ਨੇ ਫੁੱਲ ਬਣਾ ਕੇ ਚੰਗਾ ਇਹ ਕੀਤਾ, ਇਹਨਾਂ 'ਚ ਸਾਡੇ ਵਾਂਗ ਹੰਕਾਰ ਨਹੀਂ ਭਰਿਆ। ਨਹੀਂ, ਇਹ ਕਿਸੇ ਨੂੰ ਕੁਝ ਵੰਡਦੇ ਨਾ। ਵੇਖ ਰਹੇ ਸੀ ਇਸ ਵਿਧੀ ਦੇ ਨਾਲ। ਇੱਕ ਚੇਲਾ ਬਹੁਤ ਹੱਸਿਆ। 2 ਘੰਟੇ ਬਾਅਦ ਉਹ ਮੁਸਕਰਾਇਆ, ਉਹ ਵੀ ਕੁਝ ਨਹੀਂ ਬੋਲਿਆ, ਸਿਰਫ ਹੱਸਿਆ। ਉਸ ਦਿਨ ਉਹਨਾਂ ਨੇ ਕਥਾ ਨਹੀਂ ਕੀਤੀ। ਫਿਰ ਉਹਨੂੰ ਕੋਲ ਬੁਲਾ ਕੇ ਉਹ ਕਮਲ ਦਾ ਫੁੱਲ ਦੇ ਕੇ ਆਖਿਆ, ਲੋਕਾਂ ਨੂੰ ਮੈਂ ਬੋਲ ਕੇ ਸਮਝਾ ਸਕਦਾ, ਪਰ ਤੈਨੂੰ ਮੈਂ ਬਿਨਾਂ ਬੋਲਿਆਂ ਹੀ ਅੱਜ ਇਹ ਸਭ ਕੁਝ ਦੇ ਰਿਹਾ। ਆਪਣੇ ਉਸ ਚੇਲੇ ਨੂੰ ਮਹਾਤਮਾ ਬੁੱਧ ਨੇ ਕਿਹਾ, ਜੇ ਉਹਦੇ ਬਾਰੇ ਬੋਲਤਾ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜਿਹਦੇ ਬਾਰੇ ਕਿਹਾ ਹੀ ਨਹੀਂ ਜਾ ਸਕਦਾ। ਜੇ ਕੋ ਕਹੇ ਪਿੱਛੇ ਪਛਤਾਏ, ਤਾਂ ਫਿਰ ਗੱਲ ਅੱਧੀ ਰਹਿ ਜੂ। ਅੱਜ ਬਿਨਾਂ ਬੋਲੇ ਹੀ ਮੈਂ ਤੈਨੂੰ ਦੇ ਰਿਹਾ। ਤਾਂ ਕਹਿਣ ਦਾ ਭਾਵ ਸੀ, ਚੇਲੇ ਉੱਥੇ ਬਹੁਤ ਸੀਗੇ, ਪਰ ਉਹ ਮਹਾਤਮਾ ਬੁੱਧ ਜੀ ਦਾ ਜਿਹੜਾ ਚੇਲਾ ਸੀ, ਉਹਨੇ ਵੇਖਿਆ ਕਿ ਕਿੱਦਾਂ ਇਹ ਰੱਬ ਦੀ ਬਣਾਈ ਹੋਈ ਉਸ ਇੱਕ ਕਲਾ ਨੂੰ ਕਿੰਨਾ ਤੱਕ ਰਹੇ ਆ ਮਹਾਤਮਾ ਬੁੱਧ। ਵੇਖੀ ਜਾ ਰਹੇ ਆ, ਵੇਖੀ ਜਾ ਰਹੇ ਆ। ਹੁਣ ਜਦੋਂ ਤੁਸੀਂ ਫੁੱਲਾਂ ਨੂੰ ਵੇਖੋਗੇ, ਦੇਖੀ ਜਾਓਗੇ, ਫੁੱਲ ਖਤਮ ਹੋ ਜਾਊਗਾ, ਉਹ ਜੋ ਰੱਬ ਪ੍ਰਗਟ ਹੋਊਗਾ। ਜਦੋਂ ਤੁਸੀਂ ਪਿਆਰ ਦੇ ਨਾਲ ਤੱਕੋਗੇ, ਕਿਉਂਕਿ ਉਹਨੂੰ ਬਣਾਉਣ ਸਮੇਂ ਹੱਥ ਉਹਦੇ ਲੱਗੇ ਹੋਏ ਆ। ਮਾਂ ਜਿਹੜੀ ਹੁੰਦੀ ਆ, ਉਹ ਆਪਦੇ ਜਦੋਂ ਪੁੱਤ ਨੂੰ ਤੱਕਦੀ ਆ, ਉਹਨੂੰ ਪੁੱਤ ਨਹੀਂ, ਉਹ ਰੱਬ ਲੱਗਣ ਲੱਗ ਜਾਂਦਾ। ਜਦੋਂ ਪੂਰੇ ਪਿਆਰ ਨਾਲ ਭਰ ਕੇ ਤੱਕਦੀ ਹੈ। ਅਸਲ ਵਿੱਚ ਜਿਹੜੇ ਅਸੀਂ ਲੋਕ ਹਾਂ, ਮੁਹੱਬਤ ਤੋਂ ਬਿਨਾਂ ਸਰੀਰ ਸਿਰਫ ਮਸ਼ੀਨ ਹੁੰਦਾ, ਹੋਰ ਕੁਝ ਵੀ ਨਹੀਂ ਹੁੰਦਾ। ਆਪਣਤ ਤੋਂ ਬਿਨਾਂ ਰਿਸ਼ਤੇ ਸੰਬੰਧ ਨਹੀਂ ਬਣਦੇ, ਭਾਵੇਂ ਕੋਲ ਕੋਈ ਬੈਠਾ। ਜਦੋਂ ਆਪਣਤ ਹੀ ਹੈ ਨਹੀਂ, ਆਪਣਾ ਪਾਣੀ ਹੈ ਨਹੀਂ, ਫਿਰ ਰਿਸ਼ਤੇ ਸੰਬੰਧ ਨਹੀਂ ਬਣ ਸਕਦੇ। ਮੁਹੱਬਤ ਤੋਂ ਬਿਨਾਂ ਤੁਸੀਂ ਸਿਰਫ ਮਸ਼ੀਨ ਹੁੰਦੇ ਹੋ। ਅਤੇ ਆਪਦੇ ਗੁਰੂ ਨਾਲ ਪਿਆਰ ਕੀਤੇ ਤੋਂ ਬਿਨਾਂ ਕਿਵੇਂ ਕੋਈ ਸਿੱਖ ਕਹਾ ਸਕਦਾ? ਭਾਵੇਂ ਉਹਨੇ ਬਹੁਤ ਵਾਲ ਵਧਾ ਲਏ, ਭਾਵੇਂ ਉਹਦੀ ਦਾੜ੍ਹੀ ਵੱਧ ਗਈ, ਭਾਵੇਂ ਉਹਨੇ 5 ਕੱਕੇ ਵੀ ਪਾਲੇ, ਚਲੋ ਦੇਖਾ ਦੇਖੀ ਮਨ ਹਠ ਜਲ ਜਾਈਏ, ਭਾਵੁਕ ਹੋ ਕੇ ਪਾਲੇ, ਪਰ ਪ੍ਰੇਮ ਕੋਈ ਨਹੀਂ। ਇਹ ਚੀਜ਼ਾਂ ਸਾਰੀਆਂ ਹਨ।
ਮਨ ਬਚ ਕਰਮ ਪ੍ਰਭ ਏਕ ਧਿਆਏ, ਸਰਬ ਫਲਾਂ ਸੋਈ ਜਨ ਪਾਏ। ਜਪ ਗੋਬਿੰਦ ਸੰਗੀ ਸਭ ਤਾਰੇ, ਆਪਦੇ ਗੋਬਿੰਦ ਨੂੰ ਜਪ ਜਿਹਨੇ ਸਾਰੇ ਤਾਰੇ ਆ। ਪੋਹਤ ਨਾਹੀ ਪੰਚ ਬਟਵਾਰੇ, ਉਹ ਪੰਜ ਜਿਹੜੇ ਵਿਕਾਰ ਆ ਉਹ ਤੇਰੇ ਮਨ ਨੂੰ ਉਚਾਟ ਨਹੀਂ ਕਰ ਸਕਦੇ। ਜੇ ਤੂੰ ਗੋਬਿੰਦ ਨੂੰ ਜਪਣਾ ਸ਼ੁਰੂ ਕਰ ਦੇਂਗਾ ਸ਼ਾਂਤੀ ਤੈਨੂੰ ਆਊ। ਧਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ, ਕੇਵਲ ਨਾਮ ਭਗਤ ਰਸ ਦੀਨਾ। ਵਾਹਿਗੁਰੂ ਪਰਮੇਸ਼ਰ ਨੇ ਆਪਣਾ ਬਣਾ ਲਿਆ, ਨਾਮ ਰੂਪੀ ਜਿਹੜਾ ਰਸ ਆ ਉਹ ਆ ਗਿਆ। ਆਦ ਮੱਧ ਅੰਤ ਪ੍ਰਭ ਸੋਈ, ਆਦ ਵਿੱਚ ਵੀ ਉਹ ਆ, ਪਹਿਲਾਂ ਵੀ ਉਹ ਸੀ, ਧਰਤੀ ਤੋਂ ਪਹਿਲਾਂ ਵੀ, ਹੁਣ ਧਰਤੀ ਹੈਗੀ ਆ, ਹੁਣ ਵੀ ਉਹ ਹੈ, ਮੱਧ 'ਚ ਵੀ। ਜਦੋਂ ਧਰਤੀ ਨਾ ਹੋਈ ਉਦੋਂ ਵੀ ਉਹ ਤਾਂ ਹੋਊਗਾ। ਭਾਈ ਨੰਦ ਲਾਲ ਸਾਹਿਬ ਜੀ ਦੀਆਂ ਗਜ਼ਲਾਂ ਵਿੱਚ ਕਥਨ ਆ, ਯਾਦ ਆ ਜਾਂਦਾ, ਬਹੁਤ ਪਿਆਰਾ। ਕਿਆ ਕਰਦੇ ਸੀ, ਹੇ ਖੁਦਾ ਮੈਂ ਤੈਨੂੰ ਉਦੋਂ ਮੱਥਾ ਟੇਕਿਆ ਜਦੋਂ ਨਾ ਧਰਤੀ ਬਣੀ ਸੀ ਤੇ ਨਾ ਅਸਮਾਨ ਸੀ, ਨਾ ਤਾਰੇ ਸੀ, ਨਾ ਗ੍ਰਹਿ ਸੀ। ਮੈਂ ਤੈਨੂੰ ਉਦੋਂ ਦਾ ਮੱਥਾ ਟੇਕਦਾ, ਉਦੋਂ ਦਾ ਸਜਦਾ ਕਰਦਾ ਜਦੋਂ ਇਹ ਕੁਝ ਵੀ ਨਹੀਂ ਸੀ। ਭਾਈ ਨੰਦ ਲਾਲ ਸਾਹਿਬ ਜੀ, ਮੈਂ ਤਾਂ ਤੁਹਾਨੂੰ ਉਦੋਂ ਦਾ ਹੀ ਮੱਥਾ ਟੇਕੀ ਜਾਂਦਾ। ਨੰਦ ਲਾਲ ਤਾਂ ਉਦੋਂ ਦਾ ਹੀ ਸਜਦਾ ਕਰਦਾ ਜਦੋਂ ਧਰਤੀ ਵੀ ਨਹੀਂ ਸੀ ਬਣੀ, ਪਰ ਤੁਸੀਂ ਸੀਗੇ। ਕਹਿਣ ਦਾ ਭਾਵ ਇਹ ਆ, ਬਹੁਤ ਡੂੰਘੇ ਆ ਨੰਦ ਲਾਲ ਜੀ, ਸੌਖਾ ਨਹੀਂ ਸਮਝਣਾ, ਗੁਰੂ ਕਿਰਪਾ ਕਰੇ ਤੇ ਸਮਝ ਆਉਂਦੀ ਹੈ। ਫਿਰ ਉਹ ਕਹਿੰਦੇ ਨੇ, ਜੇ ਤੁਸੀਂ ਆਪਦੇ ਰੱਬ ਨੂੰ ਯਾਦ ਨਹੀਂ ਕਰਦੇ ਤਾਂ ਅੱਧ ਧਰਤੀ 'ਤੇ ਰਹਿਣ ਦਾ ਦੱਸੋ ਫਾਇਦਾ ਕੀ ਆ? ਆਹ ਨੀਲੇ ਗੁੰਬਦ ਥੱਲੇ ਰਹਿਣ ਦਾ ਫਾਇਦਾ ਹੀ ਦੱਸ ਦਿਓ ਮੈਨੂੰ ਕੀ ਆ, ਜੇ ਤੁਸੀਂ ਆਪਦੇ ਰੱਬ ਨੂੰ ਯਾਦ ਨਹੀਂ ਕਰਨਾ। ਬਹੁਤ ਉੱਚੀਆਂ ਗੱਲਾਂ ਉਹਨਾਂ ਕਹੀਆਂ ਨੇ। ਨੰਦ ਲਾਲ ਜੀ ਕਵੀ ਵਾਰ-ਵਾਰ ਕਿਉਂ ਨਾਮ ਕਿਉਂ ਮੂਹਰੇ ਆਉਂਦਾ? ਬਾਕੀ ਵੀ ਕਵੀ ਸੀਗੇ 51, ਬਹੁਤ ਪਿਆਰੇ ਸੀ ਬਾਕੀ ਵੀ। ਭਾਈ ਨੰਦ ਲਾਲ ਜੀ ਖਾਸ ਕਿਉਂ ਬਣ ਜਾਂਦੇ ਆ? ਕਵੀ ਤਾਂ ਹੋਰ ਵੀ ਬਹੁਤ ਆ, ਖਾਸ ਤਾਂ ਬਣ ਜਾਂਦੇ ਆ ਇਹਨਾਂ ਅੰਦਰ ਜਿਹੜੀ ਤੜਫ ਆ ਰੱਬ ਪ੍ਰਤੀ, ਆਪਦੇ ਗੁਰੂ ਪ੍ਰਤੀ, ਉਹ ਹੋਰ ਕਿਸੇ ਕਵੀ 'ਚ ਇੰਨੀ ਨਹੀਂ ਸੀਗੀ। ਇੱਕ ਦਿਨ ਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਦੀ ਘਟਨਾ ਕਹਿ ਕੇ ਸਮਾਪਤੀ ਬਹੁਤ ਪਿਆਰੀ ਆ, ਤੁਹਾਨੂੰ ਪਤਾ ਲੱਗੂ ਇਹਦੇ ਨਾਲ। ਇੱਦਾਂ ਦੇ ਬੰਦੇ ਵੀ ਹੁੰਦੇ ਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਰਾਤ ਹੋਈ ਵੀ ਆ ਤੇ ਕਿਲ੍ਹੇ ਵਿੱਚੋਂ ਬਾਹਰ ਆਏ ਇੱਕ ਦਿਨ ਸੋਹਣਿਆਂ ਦੇ ਸੁਲਤਾਨ ਜੀ, ਜਿਨ੍ਹਾਂ ਬਾਰੇ ਲਿਖਣਾ ਬੋਲਣਾ ਪਰੇ ਆ ਸੋਚ ਤੋਂ, ਸਾਡੇ ਅੰਦਾਜ਼ੇ ਤੋਂ ਬਹੁਤ ਉੱਚੇ ਆ ਗੁਰੂ ਗੋਬਿੰਦ ਸਿੰਘ ਜੀ। ਮਾਤਾ ਗੁਜਰੀ ਦੇ ਚੰਦ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਸਦਾ ਦੇ ਸੁਲਤਾਨ ਬਾਹਰ ਆਏ ਤੇ ਆਨੰਦਪੁਰ ਦੇ ਕਿਲ੍ਹੇ 'ਚ टहल रहे सी। कदमों से टहलते थे पर दिल था दुआ में। सदा ही हौली हौली चलदे प्यार दे नाल। देखिया कि तो रोण दी आवाज़ आ रही आ, किसी दे हौंके निकल रहे आ, उच्ची उच्ची कोई रो रहा। ते जदों नेड़े गए हनेरे विच तक्किया तां नंद लाल रो रहे। भाई नंद लाल जी सीगे, रो रहे सीगे। ਤੇ ਮਹਾਰਾਜ ਉੱਥੇ ਦੇਖੀ ਗਏ, ਉਹਨਾਂ ਦੇ ਹੌਂਕੇ ਨਿਕਲ ਰਹੇ ਆ। ਫਿਰ ਜਦੋਂ ਅੱਗੇ ਕਦਮਾਂ ਦੀ ਆਵਾਜ਼ ਆਈ ਤੇ ਨੰਦ ਲਾਲ ਜੀ ਚੁੱਪ ਕਰ ਗਏ, ਰੋਣਾ ਉਹਨਾਂ ਨੇ ਬੰਦ ਕੀਤਾ। ਦੇਖਿਆ ਕਿ ਤਾਂ ਪਾਤਸ਼ਾਹ ਜੀ ਆ। ਜਦੋਂ ਵੇਖਿਆ ਕਹਿਣ ਲੱਗੇ, ਅੱਜ ਸੂਰਜ ਰਾਤ ਨੂੰ ਕਿਵੇਂ ਚੜ੍ਹਿਆ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਹੋਏ, ਮੱਸਿਆ ਦੀ ਰਾਤ ਸੀਗੀ ਤੇ ਬੱਦਲ ਛਾਏ ਵੇ। ਕਹਿਣ ਲੱਗੇ ਸੂਰਜ ਰਾਤ ਨੂੰ ਅੱਜ ਦੇਖ ਕੇ ਆਖਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਨੰਦ ਲਾਲ ਜੀ ਪਤਾ ਲੱਗ ਗਿਆ ਸੀ ਰੋ ਰਹੇ, ਉਹ ਤਾਂ ਜਾਣਦੇ ਸੀਗੇ ਤੁਸੀਂ ਆਪਦੇ ਅੰਦਰ ਰੋ ਰਹੇ ਹੋ, ਹੰਝੂ ਨਹੀਂ ਬਾਹਰ ਆ ਰਹੇ। ਉਹ ਤਾਂ ਵੀ ਪਤਾ ਉਹਨੂੰ ਵੀ ਤੁਸੀਂ ਰੋ ਰਹੇ ਹੋ, ਤੁਸੀਂ ਪੀੜਾ 'ਚੋਂ ਰੱਬ ਜਾਣਦਾ, ਸਭ ਗੁਰੂ ਸਾਹਿਬ ਜਾਣਦੇ। ਵੈਸੇ ਹੀ ਮਹਾਰਾਜ ਕਹਿਣ ਲੱਗੇ, ਉੱਪਰ ਨੂੰ ਅਸਮਾਨ ਵੱਲ ਦੇਖਿਆ, ਕਹਿੰਦੇ ਨੰਦ ਲਾਲ ਅਸਮਾਨ ਕਾਲਾ ਕਿਉਂ ਆ? ਕਾਲਾ ਕਿਉਂ ਹੋ ਗਿਆ? ਹੁਣ ਜਦੋਂ ਮੱਸਿਆ ਦੀ ਰਾਤ ਹੋਊਗੀ, ਬੱਦਲ ਛਾਏ ਹੋਣਗੇ, ਅਸਮਾਨ ਕਾਲਾ ਹੀ ਹੋਊਗਾ। ਅਸਮਾਨ ਨੀਲਾ ਤਾਂ ਹੋਣਾ ਨਹੀਂ। ਰਾਤ ਨੂੰ ਅਸਮਾਨ ਜਿਹੜਾ ਹੈ ਮੱਸਿਆ ਨੂੰ ਕਾਲਾ ਹੀ ਹੁੰਦਾ, ਨੀਲਾ ਥੋੜ੍ਹੀ ਹੁੰਦਾ। ਗੁਰੂ ਸਾਹਿਬ ਜੀ ਨੇ ਪੁੱਛਿਆ ਹੋਰ ਢੰਗ ਨਾਲ ਸੀ। ਕਹਿਣ ਲੱਗੇ, ਨੰਦ ਲਾਲ ਇਹ ਅਸਮਾਨ ਆਕਾਸ਼ ਕਾਲਾ ਕਿਉਂ ਹੋ ਗਿਆ?
ਉਹ ਕਹਿਣ ਲੱਗੇ ਮਹਾਰਾਜ ਮੈਂ ਕੋਈ ਪ੍ਰਕਿਰਤਕ ਖੋਜੀ ਤਾਂ ਹੈ ਨਹੀਂ ਗਾ, ਵਿਗਿਆਨੀ ਨਹੀਂ ਸਤਿਗੁਰੂ ਜੀ ਮੈਂ, ਕਿ ਮੈਂ ਦੱਸ ਸਕਾਂ ਇਹ ਕਿਉਂ ਆ। ਜੇ ਤੁਸੀਂ ਕਹੋ ਤਾਂ ਮੈਂ ਕਵਿਤਾ ਦੁਆਰਾ ਦੱਸ ਦੂੰਗਾ, ਆਪਦੇ ਬੋਲਾਂ ਰਾਹੀਂ ਦੱਸ ਸਕਦਾ, ਕਲਪਨਾ 'ਚ ਜਾ ਕੇ ਦੱਸ ਸਕਦਾ। ਕਹਿਣ ਲੱਗੇ ਚਲੋ ਤੁਸੀਂ ਉਵੇਂ ਦੱਸ ਦਿਓ, ਵਿਗਿਆਨੀ ਤਾਂ ਤੁਸੀਂ ਹੈ ਨਹੀਂ, ਕਵੀ ਤਾਂ ਹੈਗੇ ਆ ਨਾ, ਤੇ ਉਵੇਂ ਦੱਸ ਦਿਓ। ਕਹਿਣ ਲੱਗੇ ਮਹਾਰਾਜ ਅਸਲ ਦੇ ਵਿੱਚ ਮੈਨੂੰ ਇਉਂ ਲੱਗਦਾ ਤੁਹਾਡੇ ਪਿਆਰ 'ਚ ਆ ਕੇ, ਰੱਬ ਦੇ ਪਿਆਰ ਵਿੱਚ ਆ ਕੇ ਮੇਰੇ ਅੰਦਰ ਇੱਕ ਤੜਫ ਆ, ਉਹ ਤੜਫ ਨੂੰ ਵੇਖ ਕੇ, ਪੀੜਾ ਨੂੰ ਦੇਖ ਕੇ ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਬਾਹਰ ਆ ਗਏ, ਝੱਲ ਨਹੀਂ ਪਾਇਆ ਦਰਦ। ਉਹ ਜਿਹੜੇ ਹੌਂਕੇ ਨਿਕਲੇ ਆ, ਉਹ ਹੌਂਕੇ ਅਸਮਾਨ ਦੇ ਵਿੱਚ ਗਏ ਆ। ਅਸਮਾਨ ਦੇ ਵਿੱਚ ਜਦੋਂ ਗਏ ਆ, ਮੇਰਾ ਰੱਬ ਨਾਲ ਮਿਲਾਪ ਨਹੀਂ ਹੋਇਆ, ਉਮਰ ਮੇਰੀ ਬਹੁਤ ਹੋ ਗਈ। ਇਹ ਹੌਂਕਿਆਂ ਨੇ ਨੀਲੇ ਅਸਮਾਨ ਨੂੰ ਕਾਲਾ ਕਰਤਾ। ਇੰਨੀ ਤੜਫ ਸੀਗੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਘੁੱਟ ਕੇ ਜੱਫੀ ਪਾ ਲਈ, ਉਹਨਾਂ ਨੂੰ ਗਲਵੱਕੜੀ 'ਚ ਲਿਆ, ਆਖਿਆ ਨੰਦ ਲਾਲ ਜੀ ਵਾਕਈ ਹੀ ਤੁਸੀਂ ਬਾ ਕਮਾਲ ਕਵੀ ਹੋ, ਤੁਹਾਡੇ ਜੈਸਾ ਕੋਈ ਨਹੀਂ ਹੋਣਾ, ਕੋਈ ਵੀ ਤੁਹਾਡੇ ਜੈਸਾ ਨਹੀਂ ਹੋਣਾ, ਇੰਨੀ ਤੜਫ ਰੱਖਦੇ ਹੋ। ਇਹ ਸਾਰੀਆਂ ਗੱਲਾਂ ਰਮਜ਼ਾਂ 'ਚ ਹੁੰਦੀਆਂ। ਹੁਣ ਨਾਨਕ ਤਿਸ ਬਿਨ ਅਵਰ ਨਾ ਕੋਈ, ਤੇਰੇ ਸਾਹਮਣੇ ਤੇਰਾ ਗੁਰੂ ਆ, ਤੂੰ ਕਿਉਂ ਗੈਰਾਂ ਵੱਲ ਦੇਖੀ ਜਾਂਦਾ। ਤੇਰੇ ਸਾਹਮਣੇ ਤੇਰਾ ਗੁਰੂ ਆ, ਤੂੰ ਆਪਦੇ ਸੱਜਣ ਵੱਲ ਦੇਖ, ਤੂੰ ਕਿਉਂ ਗੈਰਾਂ ਵੱਲ ਝਾਕਦਾ। ਇਹ ਕਹਿਣ ਵਾਲੇ ਭਾਈ ਨੰਦ ਲਾਲ ਜੀ ਆ। ਪੰਕਤੀ ਅਖੀਰਲੀ ਇਹੀ ਆ, ਨਾਨਕ ਤਿਸ ਬਿਨ ਅਵਰ ਨਾ ਕੋਈ, ਉਹਦੇ ਬਿਨਾਂ ਕੋਈ ਨਹੀਂ ਦੂਜਾ, ਤੂੰ ਕਿਉਂ ਗੈਰਾਂ ਵੱਲ ਐਵੇਂ ਦੇਖ ਰਿਹਾ। ਕਹਿਣ ਦਾ ਭਾਵ ਇਹ ਆ ਵੀ ਦੇਖਣਾ ਤਾਂ ਆਪਾਂ ਹੁਣ ਹੈਗਾ ਹੀ, ਅੱਖਾਂ ਦਿੱਤੀਆਂ ਰੱਬ ਨੇ, ਸਮਾਜ 'ਚ ਵੀ ਰਹਿਣਾ। ਉਹ ਇਹ ਕਹਿ ਰਹੇ ਆ ਕਿ ਤੂੰ ਦੇਖ ਦੁਨੀਆ ਨੂੰ, ਚੇਤੇ ਰੱਬ ਨੂੰ ਕਰ। ਇਹ ਕਹਿਣ ਦਾ ਭਾਵ ਇਹ ਆ। ਹੁਣ ਅੱਖਾਂ ਦਿੱਤੀਆਂ, ਆਪਾਂ ਅੱਖਾਂ ਬੰਦ ਕਰਕੇ ਥੋੜ੍ਹੀ ਰਸਤੇ 'ਚ ਜਾਣਾ, ਬਹੁਤ ਲੋਕ ਮਿਲਦੇ ਆ, ਤੂੰ ਲੋਕਾਂ 'ਚ ਉਹਨੂੰ ਦੇਖ, ਰੱਬ ਨੂੰ ਆਪਦੇ ਨੂੰ ਦੇਖ, ਫੁੱਲਾਂ 'ਚ ਉਹਨੂੰ ਦੇਖ, ਚਿੜੀਆਂ 'ਚ ਉਹਨੂੰ ਦੇਖ, ਤਾਰਿਆਂ 'ਚ ਉਹਨੂੰ ਦੇਖ। ਇਹ ਆ ਕਹਿਣ ਦਾ ਭਾਵ ਨੰਦ ਲਾਲ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਇਹ ਅਵਸਥਾ ਬਹੁਤ ਉੱਚੀ ਆ, ਇਹ ਸੰਗਤ ਵਿੱਚੋਂ ਮਿਲਦੀ ਆ। ਗੁਰੂ ਸਾਹਿਬ ਆਪਣੇ ਸਾਰਿਆਂ ਨੂੰ ਇਹ ਦਾਤ ਬਖਸ਼ਿਸ਼ ਕਰਨ। ਭੁੱਲ ਚੁੱਕ ਦੀ ਖਿਮਾ, ਛੋਟੀ ਜੀ ਜ਼ਿੰਦਗੀ ਆ, ਬੜੇ ਪਿਆਰ ਦੇ ਨਾਲ ਆਪਾਂ ਕੱਢ ਕੇ ਜਾਣੀ ਆ। ਲੋਕਾਂ ਦੇ ਦਿਲ ਨਫ਼ਰਤ ਨਾਲ ਭਰੇ ਪਏ ਆ, ਪਰ ਆਪਾਂ ਉਹਨਾਂ ਨੂੰ ਨਫ਼ਰਤ ਨਹੀਂ ਕਰਨੀ। ਉਹ ਉਹਨਾਂ ਦਾ ਸੁਭਾਅ, ਆਪਾਂ ਨਹੀਂ ਉਹਨਾਂ ਵਰਗੇ ਆਪਾਂ ਨਹੀਂ ਬਣਨਾ। ਉਹ ਜੋ ਮਰਜ਼ੀ ਕਰਨ, ਆਪਾਂ ਗੁਰੂ ਵਾਲੇ ਆ, ਆਪਾਂ ਉਹਨਾਂ ਨੂੰ ਪਿਆਰ ਕਰਨਾ। ਆਓ ਵਾਹਿਗੁਰੂ ਕਹਿ ਲਈਏ ਤੇ ਮਾਲਕ ਦੇ ਚਰਨਾਂ 'ਚ ਜੁੜੀਏ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੂੰ ਠਾਕ